ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅੱਜ ਅਸੀਂ ਜਾਣਾਂਗੇ ਬੀਬੀ ਰੂਪ ਕੌਰ ਜੀ ਦੇ ਬਾਰੇ। ਸਮਾਂ ਜ਼ਰੂਰ ਐਸਾ ਸੀ ਕਿ ਜਦ ਔਰਤ ਨੂੰ ਬਹੁਤੀ ਖੁੱਲ੍ਹ ਪ੍ਰਾਪਤ ਨਹੀਂ ਸੀ। ਕਈ ਵਾਰ ਤਾਂ ਉਸ ਨੂੰ ਜੰਮਦਿਆਂ ਦਫਨਾ ਜਾਂ ਮਾਰ ਵੀ ਦਿੱਤਾ ਜਾਂਦਾ ਸੀ। ਜੰਮਦਿਆਂ ਬੰਧਨਾਂ ਵਿੱਚ ਪੈ ਜਾਂਦੀ ਸੀ ਇਹ ਵਿਚਾਰੀ। ਉਸ ਨੂੰ ਭਾਵੇਂ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਏ ਆਖ ਸਭ ਨੂੰ ਨਿੰਦਣ ਤੋਂ ਵਰਜਿਆ ਸੀ, ਪਰ ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਕਾਲ ਤੋਂ ਬਾਅਦ ਵੀ ਬਾਲ ਹੱਤਿਆ ਹੁੰਦੀ ਰਹੀ। ਇਹੀ ਤਾਂ ਕਾਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਵੀ ਆਪਣੇ ਵੱਲੋਂ ਤਾਂ ਮਾਰ ਸੁੱਟ ਗਏ ਸਨ, ਪਰ ਕਿਸੇ ਦਿਆਲੂ ਦੀ ਨਜ਼ਰ ਪੈ ਗਈ ਤੇ ਨਾ ਸਿਰਫ ਉਹ ਬਚ ਨਿਕਲੀ ਸਗੋਂ ਉਹ ਮਹਾਬਲੀ ਦੀ ਮਾਂ ਵੀ ਬਣੀ। ਗੁਰੂ ਘਰ ਔਰਤ ਨੂੰ ਸਦਾ ਮਾਣ ਦਿੰਦਾ ਰਿਹਾ। ਗੁਰੂ ਹਰ ਰਾਏ ਜੀ ਦਾ ਸੁਭਾਅ ਬੜਾ ਕੋਮਲ ਸੀ। ਉਹ ਆਪੋ ਹੱਥੀਂ ਸੇਵਾ ਕਰਦੇ, ਹਰ ਲੋੜਵੰਦ ਦੀ ਆਸ ਪੂਰਦੇ, ਸਭ ਸੰਗਤਾਂ ਨੂੰ ਛਕਾ ਕੇ ਹੀ ਗੁਰੂ ਜੀ ਲੰਗਰ ਛਕਦੇ। ਬਾਗ ਵਿੱਚ ਸੈਰ ਕਰਦਿਆਂ ਜਦੋਂ ਚੋਲੇ ਨਾਲ ਫੁੱਲ ਅੜ ਕੇ ਡਿੱਗ ਪਿਆ ਤਾਂ ਦਾਦਾ ਗੁਰੂ ਹਰਗੋਬਿੰਦ ਜੀ ਦੇ ਕਹੇ ਬਚਨ ਦਾਮਨ ਸੰਕੋਚ ਚਲੋ ਪੱਲੇ ਬੰਨ੍ਹ ਲਏ, ਹਮੇਸ਼ਾ ਦਾਮਨ ਸੰਕੋਚ ਰੱਖਿਆ, ਕਦੇ ਉੱਚਾ ਵਾਕ ਵੀ ਨਾ ਅਲਾਇਆ। ਐਸਾ ਸੁਭਾਅ ਵਾਲੇ ਹਰ ਰਾਏ ਜੀ ਸਨ ਜੋ ਫੁੱਲ ਨੂੰ ਡਿੱਗਿਆਂ ਦੇਖ ਕੇ ਚੁੱਕ ਲੈਂਦੇ ਸਨ ਤਾਂ ਇੱਕ ਬੱਚੀ ਜੋ ਕੂੜੇ ਦੇ ਢੇਰ ਵਿੱਚ ਡਿੱਗੀ ਪਈ ਸੀ ਉਸ ਨੂੰ ਕਿਸ ਤਰ੍ਹਾਂ ਅਣਦੇਖਾ ਕਰ ਸਕਦੇ ਸਨ। ਜੇ ਗੁਰੂ ਹਰਗੋਬਿੰਦ ਜੀ ਕੁਥਰੇ ਤੋਂ ਸੁਥਰਾ ਬਣਾ ਸਕਦੇ ਹਨ ਤਾਂ ਕਰੂਪ ਤੋਂ ਰੂਪ ਵੀ ਬਣਾ ਸਕਦੇ ਹਨ। ਗੁਰੂ ਹਰ ਰਾਏ ਜੀ ਉਸ ਬੱਚੀ ਨੂੰ ਆਪਣੇ ਘਰ ਲੈ ਆਏ। ਉਸ ਦਾ ਨਾਂ ਰੂਪ ਕੌਰ ਰੱਖਿਆ, ਜੋ ਹਰ ਗੁਣ ਸੰਪੰਨ ਹੋ ਨਿਬੜੀ। ਉਸ ਦਾ ਪਾਲਣ ਪੋਸ਼ਣ ਆਪਣੀ ਬੱਚੀ ਦੀ ਤਰ੍ਹਾਂ ਕੀਤਾ। ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਜੀ ਵੀ ਗੁਰੂ ਹਰ ਰਾਏ ਦੇ ਪੁੱਤਰ ਸਨ। ਬੱਚੀ ਰੂਪ ਨੂੰ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੇ। ਰੂਪ ਵੀ ਉਹਨਾਂ ਨਾਲ ਰਚੀ ਮਿਚੀ ਰਹਿੰਦੀ। ਰੂਪ ਗੁਰੂ ਹਰ ਰਾਏ ਜੀ ਦਾ ਨਾਂ ਸਿਰਫ ਆਦਰ ਹੀ ਕਰਦੇ, ਉਹਨਾਂ ਦਾ ਹਰ ਬਚਨ ਬੜੇ ਧਿਆਨ ਨਾਲ ਸੁਣਦੇ। ਰੂਪ ਕੌਰ ਦਾ ਵਿਆਹ ਪਸਰੂਰ ਨਿਵਾਸੀ ਭਾਈ ਖੇਮਕਰਨ ਨਾਲ ਹੋਇਆ। ਪਸਰੂਰ ਸਿਆਲਕੋਟ ਦੀ ਇੱਕ ਤਹਿਸੀਲ ਦਾ ਪ੍ਰਧਾਨ ਨਗਰ ਸੀ ਜੋ ਸਿਆਲਕੋਟ ਤੋਂ 18 ਮੀਲ ਦੱਖਣ ਵੱਲ ਸੀ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਚਰਨ ਪਏ ਸਨ। ਉਸ ਵਕਤ ਉੱਥੇ ਡੇਕ ਨਾਮੀ ਨਦੀ ਵੀ ਵਗਦੀ ਸੀ ਜੋ ਹੁਣ ਵਿੱਥ ਤੇ ਹੋ ਗਈ ਹੈ। ਇੱਥੇ ਖੂਬਸੂਰਤ ਸ਼ਹਿਰ ਰੂਪ ਕੌਰ ਵਿਆਹ ਕੇ ਆਈ। ਰੂਪ ਕੌਰ ਦੀ ਕੁੱਖੋਂ ਬਾਬਾ ਅਮਰ ਸਿੰਘ ਜੀ ਜਨਮੇ। ਅਮਰ ਸਿੰਘ ਦੀ ਔਲਾਦ ਪਾਕਿਸਤਾਨ ਬਣਨ ਤੋਂ ਪਹਿਲਾਂ ਪਸਰੂਰ ਹੀ ਰਹਿੰਦੀ ਸੀ। ਬਨੂੜ ਦੇ ਕੋਲ ਦਿਆਲਪੁਰਾ ਪਿੰਡ ਰਿਆਸਤ ਪਟਿਆਲੇ ਜਗੀਰ ਹੋਣ ਕਾਰਨ ਸਾਰੇ ਇੱਥੇ ਹੀ ਆ ਵਸੇ। ਰੂਪ ਕੌਰ ਜੀ ਨੇ ਅਨੋਖਾ ਸੁਲਝਿਆ ਹੋਇਆ ਕੰਮ ਕੀਤਾ। ਉਹ ਇਹ ਸੀ ਕਿ ਗੁਰੂ ਪਿਤਾ ਨੇ ਮੁਖ ਤੋਂ ਜੋ ਉਚਾਰਿਆ, ਕਹਿਆ, ਆਖਿਆ ਉਸ ਨੂੰ ਉਸੇ ਰੂਪ ਵਿੱਚ ਆਪਣੇ ਹੱਥਾਂ ਨਾਲ ਲਿਖ ਸਾਂਭ ਲਿਆ। ਉਹ ਚਾਹੇ ਉਸ ਸਮੇਂ ਤਾਂ ਆਪਣੀ ਅਗਵਾਈ ਹਿੱਤ ਕੀਤਾ ਸੀ ਤਾਂ ਕਿ ਗੁਰੂ ਜੀ ਦੇ ਬਚਨਾਂ ਅਨੁਸਾਰ ਹੀ ਜੀਵਨ ਹੋ ਜਾਏ। ਉਹਨਾਂ ਦੇ ਲਿਖੇ ਨੂੰ ਹੁਣ 3 ਸਦੀਆਂ ਬਾਅਦ ਪੜ੍ਹ ਪਤਾ ਲੱਗਦਾ ਹੈ ਕਿ ਰੂਪ ਜੀ ਕਿੰਨੀ ਸੂਝਵਾਨ ਸੀ। ਗੁਰੂ ਦੇ ਘਰ ਰਹਿ ਕੇ ਜੋ ਕੁਝ ਹਾਸਲ ਕੀਤਾ ਉਸ ਨੂੰ ਸਾਂਭ ਰੱਖਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੌਸ਼ਨੀ ਮਿਲਦੀ ਰਹੇ। ਇਹ ਬੀਬੀ ਹੀ ਪਹਿਲੀ ਸਿੱਖ ਲਿਖਾਰੀ ਸੀ ਜਿਸ ਗੁਰੂ ਦੇ ਮੁਖ ਤੋਂ ਉਚਾਰੇ ਗਏ ਸ਼ਬਦਾਂ ਨੂੰ ਹੂਬਹੂ ਲਿਖਿਆ। ਉਸ ਤੋਂ ਪਹਿਲਾਂ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ, ਸਿੱਖ ਰੌਸ਼ਨੀ ਲੈ ਰਹੇ ਸਨ, ਪਰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਕੋਈ ਆਸਾਨ ਕੰਮ ਨਹੀਂ ਸੀ। ਬੀਬੀ ਰੂਪ ਨੇ ਜੋ ਗੁਰੂ ਜੀ ਬੋਲਦੇ, ਕਹਿੰਦੇ, ਕਹਾਉਂਦੇ, ਸਮਝਾਉਂਦੇ ਉਸ ਨੂੰ ਗੱਦ ਵਿੱਚ ਲਿਖਣ ਦਾ ਉਪਰਾਲਾ ਕੀਤਾ। ਚਾਹੇ ਬੀਬੀ ਰੂਪ ਤੋਂ ਬਾਅਦ ਹੋਰਨਾਂ ਦੇ ਹੱਥਾਂ ਦੀਆਂ ਵੀ ਲਿਖਤਾਂ ਮਿਲਦੀਆਂ ਹਨ, ਪਰ ਸਭ ਤੋਂ ਪਹਿਲਾਂ ਜਿਸ ਨੂੰ ਗੁਰੂ ਮੂੰਹੋਂ ਨਿਕਲੇ ਬੋਲ ਲਿਖਣ ਦੀ ਸੋਚ ਉਪਜੀ ਉਹ ਰੂਪ ਹੀ ਸੀ। ਗੁਰੂ ਜੀ ਦੇ ਉਪਦੇਸ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ ਬੀਬੀ ਰੂਪ ਨੇ ਲਿਖਿਆ ਤੇ ਪ੍ਰਚਾਰਿਆ। ਉਸਨੇ ਦੱਸਿਆ ਕਿ ਕਿਸ ਢੰਗ ਨਾਲ ਸਿੱਖ ਅਰਦਾਸ ਕਰਦੇ ਹਨ, ਕਿਸ ਢੰਗ ਨਾਲ ਗੁਰੂ ਜੀ ਹਰ ਉਠਾਏ ਸਵਾਲ ਦਾ ਜਵਾਬ ਦਿੰਦੇ ਹਨ। ਗੁਰੂ ਜੀ ਇਸ਼ਨਾਨ 101 ਗਾਗਰ ਪਾਣੀ ਨਾਲ ਕਰਦੇ, ਗੁਰਦੁਆਰਿਆਂ ਦੀ ਯਾਤਰਾ ਵੇਲੇ ਬੜਾ ਅਦਬ ਰੱਖਦੇ, ਇੱਥੋਂ ਤੱਕ ਕਿ ਨਨਕਾਣਾ ਸਾਹਿਬ ਦੀ ਯਾਤਰਾ ਵੇਲੇ ਆਪਣਾ ਸੌਣ ਭੁੰਜੇ ਹੀ ਰੱਖਿਆ। ਕੀਰਤਪੁਰ ਨਿਆਸਰਿਆਂ ਦਾ ਆਸਰਾ ਤੇ ਓਟ ਬਣ ਗਈ ਸੀ। ਬੀਬੀ ਰੂਪ ਜੀ ਨੇ ਸਤਿਗੁਰੂ ਜੀ ਦੀ ਮੂੰਹੋਂ ਦੀਆਂ ਸਾਖੀਆਂ ਸੰਭਾਲਣ ਵੇਲੇ ਜੋ ਬਚਨ ਪਹਿਲੇ ਗੁਰੂ ਸਾਹਿਬਾਨ ਦੇ ਸਨ ਉੱਥੇ ਤਾਂ ਮਹਿਲ ਪਾ ਦਿੱਤੀ, ਪਰ ਗੁਰੂ ਹਰ ਰਾਏ ਸਾਹਿਬ ਦੇ ਜੋ ਬਚਨ ਸਨ ਉਹਨਾਂ ਤੇ ਕੋਈ ਮਹਿਲਾ ਜਾਂ ਸੰਕੇਤ ਨਾ ਦਿੱਤਾ, ਕੇਵਲ ਗੁਰੂ ਆਗਿਆ ਜਾਂ ਸਤਿਗੁਰੂ ਬੋਲਿਆ ਹੀ ਲਿਖਿਆ। ਇੱਥੋਂ ਸੰਕੇਤ ਮਿਲਦਾ ਹੈ ਕਿ ਉਹ ਸਮਕਾਲੀ ਸੀ। ਕੀਰਤਪੁਰ ਗੁਰੂ ਹਰ ਰਾਏ ਜੀ ਦਾ ਬੀਬੀ ਰੂਪ ਨੂੰ ਦਿੱਤਾ ਹੱਥ ਦਾ ਰੁਮਾਲ ਵੀ ਹੈ ਜੋ 12 ਗਿਰਾ ਮੁਰੱਬਾ ਹੈ। ਪੋਥੀ ਜਪਜੀ ਤੇ ਸਾਖੀਆਂ ਹਨ। ਪੋਥੀ ਦੇ ਪੱਤਰੇ 559 ਹਨ ਤੇ ਸਾਖੀਆਂ 492 ਤੋਂ ਆਰੰਭ ਹੋ ਕੇ 559 ਤੱਕ ਜਾਂਦੀਆਂ ਨੇ। ਗੁਰੂ ਹਰ ਰਾਏ ਜੀ ਦੇ ਦਰਬਾਰ ਵਿੱਚ ਸਿੱਖ ਤਰ੍ਹਾਂ ਦੇ ਸਵਾਲ ਕਰਕੇ ਆਪਣੇ ਮਨ ਦੇ ਸੰਸ਼ਿਆਂ ਨੂੰ ਦੂਰ ਕਰਦੇ ਅਤੇ ਨਿਹਾਲ ਹੋ ਜਾਂਦੇ। ਗੁਰੂ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ। ਬੀਬੀ ਰੂਪ ਹਰ ਕਹੀ ਹੋਈ ਗੱਲ ਨੂੰ ਲਿਖੀ ਜਾਂਦੀ। ਗੁਰਬਾਣੀ ਵਿੱਚ ਜੋ ਫਰਮਾਨ ਹੈ, ਜੋ ਮਹਾਂਪੁਰਖ ਸਹਿਜ ਸੁਭਾਅ ਵੀ ਬੋਲਦੇ ਹਨ, ਉਹ ਬਚਨ ਹੁੰਦੇ ਹਨ ਤੇ ਸਹੀ ਹਨ।
ਸਿੱਖਾਂ ਦਾ ਇਹ ਵਿਸ਼ਵਾਸ ਪੱਕ ਗਿਆ ਸੀ ਕਿ ਗੁਰੂ ਪਾਤਸ਼ਾਹ ਜੋ ਵੀ ਮੁਖੋਂ ਬੋਲਦੇ ਹਨ ਉਹ ਬਚਨ ਹਨ ਤੇ ਉਹਨਾਂ ਦੇ ਹਰ ਬਚਨ ਨੂੰ ਧਿਆਨ ਨਾਲ ਸੁਣਨਾ ਤੇ ਪਹਿਰਾ ਦੇਣਾ ਸਿੱਖਾਂ ਦਾ ਫਰਜ਼ ਹੈ। ਕਿਉਂ ਅਤੇ ਕਿਵੇਂ ਕਹਿਣਾ ਸਿੱਖਾਂ ਨੂੰ ਸ਼ੋਭਦਾ ਨਹੀਂ। ਜਿਵੇਂ ਬਾਣੀ ਨੂੰ ਸੱਤ-ਸੱਤ ਕਰ ਮੰਨਣਾ ਹੈ, ਤਿਵੇਂ ਹੀ ਗੁਰੂ ਰਾਮਦਾਸ ਜੀ ਦਾ ਹੁਕਮ ਹਮੇਸ਼ਾ ਯਾਦ ਰੱਖਣਾ ਕਿ ਜਿਸ ਨੇ ਵੀ ਗੁਰੂ ਦੇ ਬਚਨ ਨੂੰ ਸੱਤ-ਸੱਤ ਕਰ ਮੰਨਿਆ ਉਹ ਹੀ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ। ਜਿਨ੍ਹਾਂ ਸਿੱਖਾਂ ਸਾਧੂਆਂ ਸੰਤਾਂ ਲੋਕਾਂ ਦਾ ਜੀਵਨ ਬਚਨ ਸੁਣ ਪਾਲ ਪਲਟਾ ਖਾਧਾ ਸੀ, ਉਹ ਲੋਕ ਬਚਨ ਸਾਂਭ ਰੱਖਦੇ ਸਨ। ਉਹੀ ਬਚਨ ਫਿਰ ਗੋਸ਼ਟਾਂ ਬਣੀਆਂ, ਹਾਜ਼ਰਨਾਮੇ ਕਹਿਲਾਏ, ਜਨਮ ਸਾਖੀਆਂ ਆਖੀਆਂ ਜਾਣ ਲੱਗੀਆਂ, ਪਰਚੀਆਂ ਹੋਈਆਂ ਤੇ ਦੌਰੇ ਦੀਆਂ ਸਾਖੀਆਂ ਨਾਲ ਪ੍ਰਸਿੱਧ ਹੋਈਆਂ ਅਤੇ ਕਥਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਈਆਂ। ਕੈਸੇ ਕੈਸੇ ਸੁੰਦਰ ਬਚਨ ਇਹਨਾਂ ਪੁਸਤਕਾਂ ਨੇ ਸਾਂਭੇ, ਜਿਨ੍ਹਾਂ ਨੂੰ ਪੜ੍ਹ ਕੇ ਪ੍ਰੀਤ ਜਾਗਦੀ ਹੈ। ਗੁਰੂ ਮਹਾਰਾਜ ਕੋਲੋਂ ਸਿੱਖ ਜੋ ਵੀ ਮਨ ਵਿੱਚ ਆਏ ਨਿਰਸੰਕੋਚ ਪੁੱਛਦੇ ਰਹਿੰਦੇ। ਗੁਰੂ ਜੀ ਵੀ ਕੁਝ ਬਚਨ ਕਹਿ ਤਸੱਲੀ ਕਰ ਦਿੰਦੇ। ਇੱਕ ਵਾਰ ਗੁਰੂ ਮਹਾਰਾਜ ਕੋਲੋਂ ਸਿੱਖਾਂ ਪੁੱਛਿਆ, ਦਾਤਾ ਸੋਹਣਾ ਕੌਣ ਹੈ ਤੇ ਕਸਾਉਣਾ ਕੌਣ? ਗੁਰੂ ਜੀ ਦਾ ਕਹਿਣਾ ਸੀ, ਜੋ ਸ਼ਿਵ ਰੂਪ ਹੈ ਉਹ ਸੋਹਣਾ ਹੈ, ਭਾਵ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਡਕ ਹੈ, ਸ਼ਾਂਤ ਚਿੱਤ ਹੈ, ਉਹ ਸੋਹਣਾ ਹੈ। ਸ਼ਿਵ ਅੱਗੇ ਸ਼ਕਤੀ ਹਾਰਿਆ, ਇਹ ਗੁਰਬਾਣੀ ਕਹਿੰਦੀ ਹੈ। ਜੋ ਸਦਾ ਉਤੇਜਿਤ ਰਹਿੰਦਾ ਹੈ, ਘੁੰਤਰਾਂ ਕੱਢਦਾ ਤੇ ਸਾਜ਼ਿਸ਼ਬਾਜ਼ ਹੈ, ਬਦੀਆਂ ਵਾਲਾ ਮਾਦਾ ਹੈ, ਉਹ ਕਸਾਉਣਾ ਹੈ। ਚੰਦ ਨੂੰ ਦੇਖਣ ਲਈ ਸਭ ਉੱਠ ਭੱਜਦੇ ਹਨ, ਪਰ ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ। ਕਾਂ ਬੋਲੇ ਤਾਂ ਕੋਈ ਸੁਣਦਾ ਨਹੀਂ, ਪਰ ਕੋਇਲ ਕੂਕੇ ਤਾਂ ਦਿਲ ਕਰਦਾ ਹੈ ਬੋਲੀ ਹੀ ਜਾਵੇ। ਸੋਹਣਾ ਕਸਾਉਣਾ ਸਭ ਅੰਦਰ ਦੀ ਦਸ਼ਾ ਕਰਕੇ ਹੁੰਦੇ ਹਨ। ਸੁੰਦਰਤਾ ਦੇ ਸੋਮੇ ਵਾਹਿਗੁਰੂ ਨਾਲ ਪ੍ਰੀਤ ਲਗਾਈ ਰੱਖੀਏ ਤਾਂ ਸੁੰਦਰਤਾ ਕਦੇ ਢਲਦੀ ਨਹੀਂ। ਗੁਰੂ ਆਖਿਆ, ਬਿਗੜ ਰੂਪ ਅਹੰਕਾਰ ਹੈ, ਅਹੰਕਾਰ ਕਰ ਹੀ ਮੂੰਹ ਬਿਗੜਦਾ ਤੇ ਸੁੰਦਰਤਾ ਜਾਂਦੀ ਹੈ। ਇੱਕ ਸਮੇਂ ਸਿੱਖਾਂ ਪੁੱਛਿਆ ਕਿ ਬਖਸ਼ਿਸ਼ ਦੇ ਦਾਤੇ ਦੱਸੋ ਕਿ ਪਾਪਾਂ ਦਾ ਮੂਲ ਕੀ ਹੈ? ਕਰਮ ਧਰਮ ਨੇਮ ਸਭ ਕਰੀਦੇ ਹਨ, ਪਾਪ ਫਿਰ ਵੀ ਆ ਪਹੁੰਚਦੇ ਹਨ। ਸਪਤਮ ਪਿਤਾ ਗੁਰੂ ਹਰਿਰਾਏ ਜੀ ਨੇ ਫਰਮਾਇਆ, ਪਾਪਾਂ ਦਾ ਮੂਲ ਲੋਭ ਹੈ, ਲੋਭੀ ਕਾ ਵੈਸਾਓ ਨਾ ਕੀਜੈ। ਇਹੀ ਗੁਰਬਾਣੀ ਪੁਕਾਰ ਕਹਿੰਦੀ ਹੈ, ਲੋਭ ਦਾ ਮੂਲ ਕੂੜ ਹੈ। ਕੂੜ ਬੋਲ ਬੋਲ ਲੋਭ ਵਾਲੇ ਪਾਸੇ ਟੁਰੀ ਜਾਂਦਾ ਹੈ। ਸੱਚ ਪੱਲੇ ਹੋਏ ਤਾਂ ਕੂੜ ਨਹੀਂ ਆਉਂਦਾ ਤੇ ਕੂੜ ਤਜਿਆਂ ਲੋਭ ਨੱਸ ਜਾਂਦਾ ਹੈ ਤੇ ਲੋਭ ਗਿਆ ਤਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਿੱਖਾਂ ਜਦੋਂ ਗੁਰੂ ਹਰਿਰਾਏ ਜੀ ਕੋਲੋਂ ਪੁੱਛਿਆ ਕਿ ਕੌਣ ਸੀ ਅਰਦਾਸ ਥਾਏ ਪੈਂਦੀ ਹੈ, ਤਾਂ ਮਹਾਰਾਜ ਨੇ ਕਿਹਾ ਕਿ ਅਰਦਾਸ ਭਾਵੇਂ ਕੋਈ ਬੋਲ ਕੇ ਕਰੇ, ਭਾਵੇਂ ਚੁੱਪ ਰਹਿ ਕੇ ਹਿਰਦਿਓਂ ਪ੍ਰਵਾਨ ਹੁੰਦੀ ਹੈ, ਪਰ ਜੋ ਅਰਦਾਸ ਅੰਦਰੋਂ ਹੋਵੇ, ਹਿਰਦੇ ਸ਼ੁੱਧ ਨਾਲ ਹੋਵੇ, ਥਾਏ ਪੈਂਦੀ ਹੈ। ਆਰਾਧਨਾ ਕੇਵਲ ਇਹੀ ਹੈ ਕਿ ਸਭਨਾ ਜੀਆਂ ਦਾ ਭਲਾ ਮੰਨੀਏ। ਗੁਰੂ ਹਰਿਰਾਏ ਜੀ ਦੀ ਹਰ ਗੱਲ ਬੀਬੀ ਰੂਪ ਨੇ ਸਾਡੇ ਤੱਕ ਪਹੁੰਚਾਈ। ਗੁਰੂ ਹਰਿਰਾਏ ਜੀ ਸੇਵਾ ਤੇ ਫਿਰ ਹੱਥੀਂ ਸੇਵਾ ਤੇ ਬਹੁਤ ਹੀ ਜ਼ੋਰ ਦਿੰਦੇ ਸਨ। ਆਪ ਜੀ ਫਰਮਾਇਆ ਕਰਦੇ ਸਨ ਕਿ ਸੇਵਾ ਇਹ ਨਹੀਂ ਕਿ ਆਏ ਨੂੰ ਦੋ ਪ੍ਰਸ਼ਾਦੇ ਛਕਾ ਦਿੱਤੇ। ਸੇਵਾ ਹੈ ਆਏ ਦਾ ਆਦਰ ਭਾਵ ਕਰਨਾ, ਖਿੜੇ ਮੱਥੇ ਪ੍ਰਸ਼ਾਦ ਛਕਾਉਣਾ, ਉਸ ਪਾਸੋਂ ਸਾਖੀ ਸ਼ਬਦ ਸੁਣੀਏ, ਉਸ ਨੂੰ ਸੁਣਾਈਏ, ਫਿਰ ਸੁਖਾਲਾ ਸਵਾਈਏ, ਆਪੂ ਭਾਵੇਂ ਔਖਾ ਹੋਣਾ ਪਵੇ। ਅੰਮ੍ਰਿਤ ਵੇਲੇ ਉੱਠ ਕੇ ਉਸ ਨੂੰ ਨਵਾਲੀਏ, ਜਪ ਪੜ੍ਹੀਏ, ਸੁਣੀਏ, ਫਿਰ ਜਿੱਥੋਂ ਤੱਕ ਹੋ ਸਕੇ ਅਪੜਾ ਕੇ ਆਈਏ। ਸੇਵਾ ਵਿੱਚ ਹੀ ਸਭ ਨਿਧਾਨ ਹਨ। ਉੱਥੇ ਹੀ ਹੁਕਮ ਸੀ, ਜਿਸਨੇ ਚੁੱਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪਿਆਰ ਨਾਲ ਛਕਾਇਆ, ਗੁਰੂ ਦੀ ਖੁਸ਼ੀ ਉਸੇ ਤੇ ਹੈ। ਸਿੱਖਾਂ ਇੱਕ ਵਾਰੀ ਪੁੱਛਿਆ, ਸੱਚੇ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਕੰਮ ਕੀ ਹਨ? ਗੁਰੂ ਮਹਾਰਾਜ ਨੇ ਕਿਹਾ, ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ, ਜਿੱਥੇ ਸ਼ਬਦ ਨਾ ਹੋਵੇ ਤਿੱਥੇ ਨਹੀਂ ਜਾਣਾ, ਜਿੱਥੇ ਗੁਰੂ ਦਾ ਸ਼ਬਦ ਹੋਵੇ ਤਿੱਥੇ ਮਿਲਣਾ, ਜਿੱਥੇ ਗੁਰੂ ਵਿਸਰੇ ਤਿੱਥੇ ਮਿਲਣਾ ਨਹੀਂ। ਅੰਮ੍ਰਿਤ ਵੇਲੇ ਜਪ ਦਾ ਪਾਠ ਨਿਤ ਕਰਨਾ, ਪੂਰੀ ਤਰ੍ਹਾਂ ਲੀਨ ਹੋ ਕੇ ਜਪ ਪੜ੍ਹਨਾ, ਜਪ ਪੜ੍ਹੇ ਨਿਰੰਚੋ, ਪੜ੍ਹਦਿਆਂ ਚਿੱਤ ਟਿਕਿਆ ਰਹੇ, ਆਦ ਅੰਤ ਤੀਕ ਮਨ ਹਜ਼ੂਰ ਰਹੇ, ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿੱਚ ਹਾਜ਼ਰ ਰਹੇਗਾ ਤੇ ਪਿੱਛੇ ਲੱਗਾ ਫਿਰੇਗਾ। ਕਿਸੇ ਚੀਜ਼ ਦੀ ਤੋਟ ਕਦੀ ਨਹੀਂ ਆਵੇਗੀ। ਯਾਦ ਰੱਖਣਾ, ਜਪ ਤੇ ਉੱਤੇ ਕੋਈ ਕਰਮ ਨਹੀਂ। ਰਾਤ ਨੂੰ ਕੀਰਤਨ ਸੋਹਿਲਾ ਕਰਕੇ ਸੋਵੋ, ਸੁੱਖ ਦੀ ਨੀਂਦ ਲਵੇ, ਸੰਗਤ ਨਿਤ ਜਾਏ, ਸੰਗਤ ਖਾਲੀ ਹੱਥ ਵੀ ਨਹੀਂ ਜਾਣਾ, ਭਾਵੇਂ ਚੁਟਕੀ ਆਟਾ ਹੀ ਲੈ ਜਾਵੇ। ਗੁਰਦੁਆਰੇ ਜਾ ਕੇ ਹੋਰ ਕੋਈ ਕਾਰਜ, ਗੱਲ ਜਾਂ ਵਾਕ ਨਹੀਂ ਕਰਨਾ, ਗੁਰੂ ਦੀ ਨਾਰਾਜ਼ਗੀ ਹੁੰਦੀ ਹੈ। ਕੀਰਤਨ ਸੁਣਨਾ, ਕੀਰਤਨ ਬਗੈਰ ਛੁੱਟ ਨਹੀਂ ਸਕਦਾ। ਮਨੁੱਖ ਪਰਉਪਕਾਰ ਕਰੇ ਤੇ ਕਰਾਵੇ, ਆਪਣੀ ਕਿਰਤ ਸਭ ਕੋਈ ਕਰੇ, ਦੁਖੀਏ ਨਿਮਾਣੇ ਨੂੰ ਮਾਣ ਦੇਵੇ, ਦੁਰਕਾਰੇ ਨਹੀਂ। ਅੰਗ ਭੰਗ ਨੂੰ ਖਿਲਾਵਣਾ ਬੜਾ ਨੇਕ ਕਰਮ ਹੈ। ਕਿਤਨੇ ਵੀ ਕੰਮ ਹੋਣ, ਗੁਰੂ ਦਾ ਦਰ ਨਹੀਂ ਛੱਡਣਾ। ਆਪਣੇ ਸਭ ਕੰਮ ਛੱਡ ਗੁਰੂ ਕੰਮ ਜਾਵਣਾ, ਜਾਂ ਗੁਰੂ ਦਾ ਕੰਮ ਸਵਰੇ ਤੇ ਆਪਣੇ ਕੰਮ ਲੱਗਣਾ। ਗੁਰੂ ਉਸ ਪੁਰਖ ਦਾ ਕੰਮ ਆਪੇ ਕਰਦਾ ਹੈ। ਵੱਡਾ ਕਾਰਜ ਹੈ ਕਿਸੇ ਨੂੰ ਗੁਰੂ ਤੋਂ ਬੇਮੁਖ ਵੇਖੋ, ਗੁਰੂ ਵੱਲ ਮੂੰਹ ਭਵਾਵੋ। ਆਤਮ ਬ੍ਰਹਮ ਦੀ ਪਛਾਣ ਕਰੇ, ਸਭਨਾ ਜੀਆ ਕਾ ਭਲਾ ਮਨਾਉਣਾ ਆਤਮ ਬ੍ਰਹਮ ਦੀ ਪਛਾਣ ਹੈ। ਮਹਾਪੁਰਖਾਂ ਦੀ ਸੰਗਤ ਲੋਚ ਕਰ ਕਰਨੀ, ਕਿਉਂਕਿ ਪ੍ਰਭੂ ਕੁਦਰਤ ਕਰ ਮਹਾਪੁਰਖਾਂ ਕੇ ਆਤਮ ਵਸਦਾ ਹੈ। ਪਰ ਯਾਦ ਰੱਖਣਾ,
ਪ੍ਰਗਟ ਗੁਰੂ ਕਾ ਸ਼ਬਦ ਹੈ ਅਤੇ ਬਿਨ ਸ਼ਬਦ ਮੁਕਤਾ ਨਹੀਂ। ਆਤਮਾ ਪਰਮਾਤਮਾ ਦੋਵੇਂ ਹੀ ਦੇਹੀ ਵਿੱਚ ਵਸਦੇ ਹਨ। ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ, ਪਰ ਆਤਮਾ ਨੂੰ ਛੁੱਟ ਕੀਰਤਨ ਤੋਂ ਹੋਰ ਕੋਈ ਪਰਮਾਤਮਾ ਨਾਲ ਮਿਲਾ ਨਹੀਂ ਸਕਦਾ। ਸੋ ਕੀਰਤਨ ਰਾਹੀਂ ਜਦ ਆਤਮਾ ਪਰਮਾਤਮਾ ਨੂੰ ਮਿਲਦੀ ਹੈ ਤਦ ਮੁਕਤਾ ਹੁੰਦਾ ਹੈ। ਗੁਰੂ ਆਖਿਆ ਹੈ, ਜੋ ਕੁਝ ਵੀ ਗੁਰੂ ਆਖਿਆ ਕਹਿਆ, ਜੋ ਰੂਪ ਕੌਰ ਨੇ ਦੇਖਿਆ ਸਭ ਲਿਖਿਆ। ਅੱਜ ਅਸੀਂ ਪੜ੍ਹ ਕੇ ਨਿਹਾਲ ਹੋ ਰਹੇ ਹਾਂ ਅਤੇ ਜੀਵਨ ਦਾ ਰਾਹ ਸੁਖਾਲਾ ਕਰ ਨਵਾਂ ਰੂਪ ਪਏ ਚਾੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।